ਦੋਸਤੋ ਕਿਸੇ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਇਸ ਦੁਨੀਆ ਵਿੱਚ ਕੋਈ ਤੁਹਾਡੇ ਹੱਥੋਂ ਖੋਹ ਕੇ ਜ਼ਰੂਰ ਲਿਜਾ ਸਕਦਾ, ਪਰ ਤੁਹਾਡੇ ਨਸੀਬਾਂ ਵਿੱਚੋਂ ਖੋਹ ਕੇ ਕਦੇ ਨਹੀਂ ਲਿਜਾ ਸਕਦਾ। ਅੱਜ ਦੀ ਕਹਾਣੀ ਬਹੁਤ ਹੀ ਗਿਆਨਮਈ ਹੈ। ਮੈਂ ਉਮੀਦ ਕਰਦਾ ਤੁਸੀਂ ਇਸ ਨੂੰ ਪੂਰਾ ਸੁਣੋਗੇ। ਕਹਿੰਦੇ ਨੇ ਆਪਣੇ ਉਹ ਨਹੀਂ ਹੁੰਦੇ ਜੋ ਤਸਵੀਰਾਂ ਵਿੱਚ ਨਾਲ ਖੜੇ ਹੁੰਦੇ ਨੇ, ਆਪਣੇ ਤਾਂ ਉਹ ਹੁੰਦੇ ਨੇ ਜਿਹੜੇ ਤਕਲੀਫਾਂ ਵਿੱਚ ਨਾਲ ਖੜੇ ਰਹਿੰਦੇ ਨੇ। ਸਭ ਦੇ ਦਿਲਾਂ ਦਾ ਅਹਿਸਾਸ ਵੱਖਰਾ ਹੁੰਦਾ ਹੈ। ਇਸ ਦੁਨੀਆ ਵਿੱਚ ਸਭ ਦਾ ਵਿਵਹਾਰ ਵੱਖਰਾ ਹੁੰਦਾ ਹੈ। ਅੱਖਾਂ ਤਾਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ, ਪਰ ਸਭ ਦੇ ਦੇਖਣ ਦਾ ਅੰਦਾਜ਼ ਵੱਖਰਾ ਹੁੰਦਾ ਹੈ। ਸਮਾਂ ਬਦਲ ਜਾਂਦਾ ਹੈ, ਇਨਸਾਨ ਬਦਲ ਜਾਂਦੇ ਨੇ, ਸਮੇਂ ਦੇ ਨਾਲ ਰਿਸ਼ਤਿਆਂ ਦੇ ਅੰਦਾਜ਼ ਬਦਲ ਜਾਂਦੇ ਨੇ। ਦੋਸਤੋ ਸੋਚੋ, ਜੇਕਰ ਤੁਹਾਡੇ ਕੋਲ ਬਹੁਤ ਸਾਰੀ ਦੌਲਤ ਤੇ ਹੋਰ ਸਭ ਕੁਝ ਹੋਵੇ, ਪਰ ਅੰਦਰੋਂ ਖੁਸ਼ੀ ਤੇ ਸੰਤੋਖ ਦੀ ਕਮੀ ਹੋਵੇ, ਤਾਂ ਕੀ ਅਰਥ ਬਚਦਾ ਹੈ? ਕਈ ਵਾਰ ਸਾਨੂੰ ਸਭ ਕੁਝ ਮਿਲ ਜਾਂਦਾ, ਪਰ ਅਸੀਂ ਅਸਲ ਵਿੱਚ ਕਿੰਨਾ ਗੁਆ ਬੈਠੇ ਹੁੰਦੇ ਹਾਂ, ਇਹ ਸਮਝ ਪਾਉਣਾ ਆਸਾਨ ਨਹੀਂ ਹੁੰਦਾ। ਇੱਕ ਕਹਾਣੀ ਜੋ ਮੈਂ ਸੁਣਾਉਣ ਜਾ ਰਿਹਾ, ਉਹ ਇੱਕ ਅਜਿਹੇ ਪਾਤਰ ਦੀ ਹੈ ਜੋ ਆਪਣੀਆਂ ਲਾਪਰਵਾਹੀਆਂ ਦੇ ਕਾਰਨ ਆਪਣੇ ਹੀ ਵਜੂਦ ਤੋਂ ਦੂਰ ਹੋ ਜਾਂਦਾ ਹੈ। ਜੀਵਨ ਵਿੱਚ ਕੀਮਤੀ ਪਲਾਂ ਦਾ ਸਹੀ ਮਤਲਬ ਕਿਵੇਂ ਸਮਝਣਾ ਹੈ, ਇਸ ਕਹਾਣੀ ਵਿੱਚ ਹੋਰ ਵੀ ਬਹੁਤ ਕੁਝ ਹੈ। ਕਹਾਣੀ ਦੇ ਵਿਚਕਾਰ ਇਸ ਦੀ ਬਹੁਤ ਚੋਟੀ ਦੀ ਸਿੱਖਿਆ ਹੈ ਜੋ ਤੁਹਾਨੂੰ ਗਹਿਰਾਈ ਨਾਲ ਸੋਚਣ 'ਤੇ ਮਜਬੂਰ ਕਰ ਦੇਵੇਗੀ। ਸੋ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਕਰਦੇ ਹਾਂ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਮਹਾਨ ਤੇ ਵਿਦਵਾਨ ਬ੍ਰਾਹਮਣ ਸੀ। ਬ੍ਰਾਹਮਣ ਦੇ ਪਰਿਵਾਰ ਵਿੱਚ ਸਿਰਫ ਉਹ ਤੇ ਉਹਦੀ ਪਤਨੀ ਤੇ ਉਹਨਾਂ ਦਾ ਇੱਕ ਛੋਟਾ ਪੁੱਤਰ ਸੀ ਜਿਹਦਾ ਨਾਮ ਅਰਪਣ ਸੀ। ਪੰਡਤ ਜੀ ਦਾ ਜ਼ਿਆਦਾਤਰ ਸਮਾਂ ਅਧਿਐਨ ਤੇ ਲੇਖਣ ਵਿੱਚ ਹੀ ਬੀਤਦਾ ਸੀ। ਮਤਲਬ ਉਹਨਾਂ ਨੇ ਕਈ ਮਹੱਤਵਪੂਰਨ ਕਿਤਾਬਾਂ ਤੇ ਗ੍ਰੰਥਾਂ ਦੀ ਰਚਨਾ ਕੀਤੀ ਸੀ, ਪਰ ਉਹ ਆਪਣੇ ਲੇਖਣ ਤੇ ਗਿਆਨ ਵਿੱਚ ਇੰਨੇ ਵਿਅਸਤ ਰਹਿੰਦੇ ਸੀ ਕਿ ਉਹਨਾਂ ਨੂੰ ਆਪਣੇ ਇਕਲੌਤੇ ਪੁੱਤਰ ਅਰਪਣ ਤੇ ਧਿਆਨ ਦੇਣ ਦਾ ਸਮਾਂ ਹੀ ਨਹੀਂ ਮਿਲ ਪਾਉਂਦਾ ਸੀ। ਇੱਕ ਦਿਨ ਪੰਡਤ ਜੀ ਦੀ ਪਤਨੀ ਨੇ ਉਹਨਾਂ ਨੂੰ ਕਿਹਾ ਕਿ ਕੀ ਤੁਹਾਨੂੰ ਆਪਣੇ ਇਕਲੌਤੇ ਪੁੱਤਰ ਨਾਲ ਕੋਈ ਪਿਆਰ ਮਮਤਾ ਹੈ ਵੀ ਹੈ ਜਾਂ ਨਹੀਂ? ਪੂਰਾ ਦਿਨ ਤੁਸੀਂ ਸਿਰਫ ਅਧਿਐਨ ਤੇ ਲੇਖਣ ਵਿੱਚ ਹੀ ਬਿਤਾਉਂਦੇ ਹੋ। ਪੰਡਤ ਜੀ ਨੇ ਜਵਾਬ ਦਿੱਤਾ, ਮੇਰੇ ਕੋਲ ਇਹਨਾਂ ਭਾਵਨਾਵਾਂ ਲਈ ਸਮਾਂ ਹੀ ਕਿੱਥੇ ਹੈ। ਪੰਡਤ ਜੀ ਦਾ ਵੱਡੇ ਵੱਡੇ ਵਿਦਵਾਨਾਂ ਵਿੱਚ ਨਾਮ ਸੀ ਤੇ ਰਾਜੇ ਦੇ ਦਰਬਾਰ ਵਿੱਚ ਵੀ ਉਹਨਾਂ ਦਾ ਬਹੁਤ ਸਤਿਕਾਰ ਸੀ। ਦੂਜੇ ਪਾਸੇ ਉਹਨਾਂ ਦਾ ਪੁੱਤਰ, ਜੋ ਆਪਣੀ ਮਾਂ ਦੇ ਜ਼ਿਆਦਾ ਲਾਡ ਪਿਆਰ ਤੇ ਪਿਤਾ ਦੇ ਧਿਆਨ ਨਾ ਦੇਣ ਕਾਰਨ ਵਿਗੜ ਚੁੱਕਿਆ ਸੀ। ਉਹ ਪਾਠਸ਼ਾਲਾ ਜਾਣ ਦੀ ਬਜਾਏ ਅਵਾਰਾ ਲੜਕਿਆਂ ਨਾਲ ਸਮਾਂ ਬਿਤਾਉਣ ਲੱਗਾ। ਇੱਧਰ ਪੰਡਤ ਜੀ ਆਪਣੇ ਲੇਖਣ ਤੇ ਅਧਿਐਨ ਵਿੱਚ ਇੰਨੇ ਮਗਨ ਰਹਿੰਦੇ ਕਿ ਉਹਨਾਂ ਨੂੰ ਆਪਣੇ ਪੁੱਤਰ ਦੀਆਂ ਹਰਕਤਾਂ ਦਾ ਪਤਾ ਹੀ ਨਹੀਂ ਸੀ ਲੱਗਦਾ। ਅਰਪਣ ਨੇ ਹੁਣ ਜੂਆ ਖੇਡਣਾ ਸ਼ੁਰੂ ਕਰ ਦਿੱਤਾ ਤੇ ਸਮੇਂ ਦੇ ਨਾਲ ਸ਼ਰਾਬ ਵੀ ਪੀਣ ਲੱਗ ਪਿਆ। ਉਸ ਦੀ ਸੰਗਤ ਕੁਝ ਚੋਰ ਠੱਗਾਂ ਵਰਗੇ ਨੌਜਵਾਨਾਂ ਨਾਲ ਹੋ ਗਈ ਸੀ। ਇੱਕ ਦਿਨ ਦੀ ਗੱਲ ਹੈ, ਅਰਪਣ ਆਪਣੇ ਚੋਰ ਦੋਸਤਾਂ ਦੇ ਨਾਲ ਮੰਦਰ ਵਿੱਚ ਚੋਰੀ ਕਰਨ ਚਲਿਆ ਗਿਆ। ਜਦੋਂ ਉਹ ਤਿੰਨੇ ਮੰਦਰ ਵਿੱਚ ਚੋਰੀ ਕਰ ਰਹੇ ਸੀ, ਤਦ ਹੀ ਇੱਕ ਪਹਿਰੇਦਾਰ ਨੇ ਉਹਨਾਂ ਨੂੰ ਚੋਰੀ ਕਰਦੇ ਹੋਏ ਫੜ ਲਿਆ ਤੇ ਉਹਨਾਂ ਨੂੰ ਫੜ ਕੇ ਸਿੱਧਾ ਰਾਜੇ ਦੇ ਕੋਲ ਲੈ ਗਿਆ। ਪਹਿਰੇਦਾਰ ਨੇ ਰਾਜੇ ਨੂੰ ਕਿਹਾ, ਮਹਾਰਾਜ, ਇਹ ਲੜਕੇ ਮੰਦਰ ਵਿੱਚ ਚੋਰੀ ਕਰਦੇ ਫੜੇ ਗਏ ਨੇ ਤੇ ਇਹਨਾਂ ਵਿੱਚੋਂ ਇੱਕ ਨੌਜਵਾਨ ਵਿਦਵਾਨ ਪੰਡਤ ਜੀ ਦਾ ਪੁੱਤਰ ਅਰਪਣ ਹੈ। ਇਹ ਸੁਣ ਕੇ ਰਾਜਾ ਵੀ ਹੈਰਾਨ ਰਹਿ ਗਿਆ ਕਿ ਗਿਆਨ ਤੇ ਧਰਮ ਦਾ ਉਪਦੇਸ਼ ਦੇਣ ਵਾਲੇ ਆਚਾਰਿਆ ਦਾ ਪੁੱਤਰ ਚੋਰੀ ਵਿੱਚ ਲਿਪਤ ਹੈ। ਰਾਜੇ ਨੇ ਤੁਰੰਤ ਇੱਕ ਸਿਪਾਹੀ ਨੂੰ ਪੰਡਤ ਜੀ ਦੇ ਘਰ ਭੇਜਿਆ। ਸਿਪਾਹੀ ਨੇ ਜਾ ਕੇ ਕਿਹਾ, ਪੰਡਤ ਜੀ, ਤੁਹਾਡਾ ਪੁੱਤਰ ਮੰਦਰ ਵਿੱਚ ਚੋਰੀ ਕਰਦੇ ਹੋਏ ਫੜਿਆ ਗਿਆ ਹੈ। ਇਹ ਸੁਣ ਕੇ ਪੰਡਤ ਜੀ ਹੈਰਾਨ ਹੋ ਗਏ ਤੇ ਕਹਿਣ ਲੱਗੇ ਕਿ ਇਹ ਕਿਵੇਂ ਹੋ ਸਕਦਾ ਹੈ? ਮੇਰੇ ਮੂੰਹ ਤੇ ਕਾਲਾ ਧੱਬਾ ਲੱਗ ਗਿਆ। ਹੁਣ ਮੈਂ ਕਿਸੇ ਨੂੰ ਕਿਹੜਾ ਮੂੰਹ ਦਿਖਾਵਾਂਗਾ? ਪੰਡਤ ਜੀ ਦੀ ਪਤਨੀ ਨੇ ਕਿਹਾ ਕਿ ਬਾਦਸ਼ਾਹ ਤੁਹਾਡਾ ਬਹੁਤ ਸਤਿਕਾਰ ਕਰਦਾ ਹੈ, ਤੁਸੀਂ ਚਾਹੋ ਤਾਂ ਉਸ ਨੂੰ ਮਾਫੀ ਮਿਲ ਸਕਦੀ ਹੈ। ਤਾਂ ਪੰਡਤ ਜੀ ਨੇ ਜਵਾਬ ਦੇ ਦਿੱਤਾ ਕਿ ਨਹੀਂ, ਮੈਂ ਇੱਕ ਅਪਰਾਧੀ ਦੀ ਸਿਫਾਰਿਸ਼ ਨਹੀਂ ਕਰਾਂਗਾ। ਇਹ ਸੁਣ ਕੇ ਪੰਡਤ ਜੀ ਦੀ ਪਤਨੀ ਨੇ ਧਮਕੀ ਦਿੱਤੀ ਕਿ ਜੇ ਤੁਸੀਂ ਰਾਜੇ ਦੇ ਕੋਲ ਨਹੀਂ ਜਾਓਗੇ ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ। ਇਸ ਤਰ੍ਹਾਂ ਪੰਡਤ ਜੀ ਪਤਨੀ ਦੀ ਗੱਲ ਮੰਨ ਕੇ ਨਾ ਚਾਹੁੰਦੇ ਹੋਏ ਵੀ ਰਾਜ ਮਹਿਲ ਪਹੁੰਚ ਗਏ। ਦਰਬਾਰ ਵਿੱਚ ਉਹਨਾਂ ਨੇ ਰਾਜੇ ਕੋਲ ਬੇਨਤੀ ਕੀਤੀ ਕਿ ਰਾਜਨ, ਮੇਰਾ ਪੁੱਤਰ ਹਾਲੇ ਨਿਆਣਾ ਹੈ, ਉਸ ਨੂੰ ਮਾਫ ਕਰ ਦਿਓ। ਰਾਜੇ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਕਿ ਜੇ ਇਹ ਗੱਲ ਹੈ ਤਾਂ ਤੁਹਾਨੂੰ ਸਾਰੇ ਦਰਬਾਰ ਵਿੱਚ ਮੇਰੇ ਸਾਹਮਣੇ ਜਨਤਕ ਤੌਰ 'ਤੇ ਮਾਫੀ ਮੰਗਣੀ ਹੋਵੇਗੀ, ਫਿਰ ਹੀ ਮੈਂ ਤੁਹਾਡੇ ਪੁੱਤਰ ਨੂੰ ਮਾਫ ਕਰ ਸਕਦਾ। ਪੰਡਤ ਜੀ ਨੇ ਸਿਰ ਝੁਕਾ ਕੇ ਕਿਹਾ, ਠੀਕ ਹੈ ਰਾਜਨ, ਮੈਂ ਭਰੇ ਦਰਬਾਰ ਵਿੱਚ ਆਪਣੇ ਪੁੱਤਰ ਲਈ ਮਾਫੀ ਮੰਗਦਾ। ਪੰਡਤ ਜੀ ਦੀ ਇਸ ਬੇਨਤੀ 'ਤੇ ਰਾਜੇ ਨੇ ਉਹਨਾਂ ਦੇ ਪੁੱਤਰ ਨੂੰ ਇਸ ਸ਼ਰਤ 'ਤੇ ਮਾਫ ਕਰ ਦਿੱਤਾ ਕਿ ਭਵਿੱਖ ਵਿੱਚ ਉਹ ਕੋਈ ਅਪਰਾਧ ਨਹੀਂ ਕਰੇਗਾ। ਸੋ ਇਸ ਘਟਨਾ ਦੇ ਬਾਅਦ ਪੰਡਤ ਜੀ ਦੀ ਪ੍ਰਤਿਸ਼ਠਾ 'ਤੇ ਅਸਰ ਪੈ ਗਿਆ। ਉਹ ਜਿੱਥੇ ਵੀ ਜਾਂਦੇ, ਲੋਕ ਕਹਿੰਦੇ ਕਿ ਪੰਡਤ ਜੀ ਦਾ ਪੁੱਤਰ ਤਾਂ ਚੋਰ ਹੈ। ਇਹ ਸਭ ਸੁਣ ਕੇ ਪੰਡਤ ਜੀ ਨੂੰ ਬੜਾ ਦੁੱਖ ਲੱਗਦਾ। ਇਸ ਅਪਮਾਨ ਤੇ ਬੇਇੱਜ਼ਤੀ ਦੇ ਚੱਲਦੇ ਪੰਡਤ ਜੀ ਹੁਣ ਬਿਮਾਰ ਰਹਿਣ ਲੱਗੇ।
ਇਸ ਦਾ ਉਹਨਾਂ ਦੀ ਸਿਹਤ 'ਤੇ ਵੀ ਗੂੜਾ ਅਸਰ ਪਿਆ। ਸੋ ਪੁੱਤਰ ਤਾਂ ਘਰ ਆ ਗਿਆ ਸੀ, ਪਰ ਚੋਰੀ ਦੀ ਉਸ ਦੀ ਆਦਤ ਨਹੀਂ ਗਈ। ਉਸਨੇ ਘਰ ਵਿੱਚੋਂ ਕੀਮਤੀ ਸਮਾਨ ਚੁੱਕ ਕੇ ਵੇਚਣਾ ਸ਼ੁਰੂ ਕਰ ਦਿੱਤਾ। ਇਹ ਸਭ ਦੇਖ ਕੇ ਪੰਡਤ ਜੀ ਹੋਰ ਵੀ ਪਰੇਸ਼ਾਨ ਰਹਿਣ ਲੱਗੇ। ਸਮੇਂ ਦੇ ਨਾਲ ਪੰਡਤ ਜੀ ਦੀ ਬਿਮਾਰੀ ਹੋਰ ਵੀ ਗੰਭੀਰ ਹੋਣ ਲੱਗੀ। ਉਹ ਚਿੰਤਤ ਸੀ ਕਿ ਉਹਨਾਂ ਦੇ ਬਾਅਦ ਉਸ ਦੀ ਪਤਨੀ ਤੇ ਅਵਾਰਾ ਪੁੱਤਰ ਦਾ ਕੀ ਹੋਵੇਗਾ। ਉਹ ਬਿਮਾਰ ਸੀ, ਫਿਰ ਵੀ ਇੱਕ ਮਹੱਤਵਪੂਰਨ ਗ੍ਰੰਥ ਦੀ ਰਚਨਾ ਕਰ ਰਹੇ ਸੀ। ਉਹ ਸੋਚਦੇ ਸੀ, ਮੈਂ ਇਹ ਗ੍ਰੰਥ ਪੂਰਾ ਕਰਕੇ ਹੀ ਮਰਾਂਗਾ। ਬਿਮਾਰੀ ਦੇ ਬਾਵਜੂਦ ਉਹ ਦਿਨ ਰਾਤ ਲਿਖਦੇ ਰਹਿੰਦੇ ਤੇ ਇੱਕ ਦਿਨ ਉਹਨਾਂ ਦਾ ਇਹ ਗ੍ਰੰਥ ਪੂਰਾ ਹੋ ਗਿਆ। ਉਹਨਾਂ ਨੇ ਸੋਚਿਆ, ਮੇਰਾ ਗ੍ਰੰਥ ਤਾਂ ਪੂਰਾ ਹੋ ਗਿਆ ਹੈ, ਲੱਗਦਾ ਹੈ ਮੇਰੇ ਜੀਵਨ ਦੇ ਦਿਨ ਵੀ ਪੂਰੇ ਹੋ ਗਏ ਨੇ। ਉਸ ਦਿਨ ਉਹਨਾਂ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, ਬੇਟਾ ਅਜੇ ਵੀ ਸਮਾਂ ਹੈ, ਤੂੰ ਸੰਭਲ ਸਕਦਾ ਹੈ, ਆਪਣੇ ਆਪ ਨੂੰ ਕਾਬਲ ਬਣਾ ਸਕਦਾ ਹੈ। ਉਹਨਾਂ ਨੇ ਆਪਣਾ ਲਿਖਿਆ ਹੋਇਆ ਉਹ ਗ੍ਰੰਥ ਪੁੱਤਰ ਨੂੰ ਦਿੰਦਿਆਂ ਕਿਹਾ, ਬੇਟਾ ਤੇਰੀ ਬਰਬਾਦੀ ਮੇਰੀ ਹੀ ਲਾਪਰਵਾਹੀ ਦਾ ਨਤੀਜਾ ਹੈ। ਇਹ ਅਮੋਲਕ ਗ੍ਰੰਥ ਸੰਭਾਲ ਕੇ ਰੱਖ, ਤੈਨੂੰ ਦੇਣ ਲਈ ਮੇਰੇ ਕੋਲ ਹੋਰ ਕੁਝ ਨਹੀਂ ਹੈ। ਅਰਪਨ ਨੇ ਉਹ ਗ੍ਰੰਥ ਦੀ ਪੋਥੀ ਆਪਣੇ ਕੋਲ ਰੱਖ ਲਈ, ਪਰ ਮਨ ਹੀ ਮਨ ਉਹ ਸੋਚ ਰਿਹਾ ਸੀ, ਮੈਂ ਇਸ ਪੋਥੀ ਦਾ ਕੀ ਕਰਾਂਗਾ, ਮੈਨੂੰ ਪੜ੍ਹਨਾ ਲਿਖਣਾ ਤਾਂ ਆਉਂਦਾ ਹੀ ਨਹੀਂ। ਜੇ ਪਿਤਾ ਜੀ ਨੇ ਕੁਝ ਪੈਸੇ ਦਿੱਤੇ ਹੁੰਦੇ ਤਾਂ ਕੋਈ ਗੱਲ ਵੀ ਬਣਦੀ। ਅਗਲੇ ਦਿਨ ਸਵੇਰੇ ਪੰਡਤ ਜੀ ਦਾ ਦੇਹਾਂਤ ਹੋ ਗਿਆ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ 'ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਪਰ ਅਰਪਨ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ। ਉਹ ਤਾਂ ਆਪਣੇ ਪਿਤਾ ਜੀ ਦੇ ਸਮਾਨ ਵਿੱਚ ਧਨ ਦੀ ਤਲਾਸ਼ ਕਰਨ ਲੱਗ ਪਿਆ। ਸਾਰਾ ਕੁਝ ਵੇਖਣ ਦੇ ਬਾਅਦ ਉਹ ਬੋਲਿਆ, ਪਿਤਾ ਜੀ ਨੇ ਮੇਰੇ ਲਈ ਇੱਕ ਕੌੜੀ ਵੀ ਨਹੀਂ ਛੱਡੀ। ਅਰਪਨ ਨਿਰਾਸ਼ ਹੋ ਕੇ ਬੈਠ ਗਿਆ। ਕੁਝ ਸਮਾਂ ਬੀਤਿਆ। ਮਾਂ ਪੁੱਤ ਦੀ ਹਾਲਤ ਇੰਨੀ ਮਾੜੀ ਹੋ ਗਈ ਕਿ ਖਾਣੇ ਦੇ ਵੀ ਲਾਲੇ ਪੈ ਗਏ। ਇੱਕ ਦਿਨ ਮਾਂ ਨੇ ਤੰਗ ਆ ਕੇ ਪੁੱਤਰ ਨੂੰ ਕਿਹਾ, ਬੇਟਾ ਕੁਝ ਕੰਮ ਧੰਦਾ ਕਰਕੇ ਲਿਆ, ਨਹੀਂ ਤਾਂ ਅਸੀਂ ਭੁੱਖੇ ਮਰ ਜਾਵਾਂਗੇ। ਅਰਪਨ ਨੇ ਉਦਾਸ ਮਨ ਨਾਲ ਜਵਾਬ ਦਿੱਤਾ, ਮਾਂ ਮੇਰੇ ਵਰਗੇ ਅਨਪੜ੍ਹ ਤੇ ਬਦਨਾਮ ਨੂੰ ਕੌਣ ਕੰਮ ਦੇਵੇਗਾ। ਇਹ ਸੁਣ ਕੇ ਮਾਂ ਨੇ ਸੋਚਿਆ, ਕਿਉਂ ਨਾ ਮੈਂ ਰਾਜੇ ਕੋਲ ਜਾਵਾਂ। ਰਾਜਾ ਮੇਰੇ ਪਤੀ ਦਾ ਬਹੁਤ ਸਤਿਕਾਰ ਕਰਦਾ ਸੀ, ਸ਼ਾਇਦ ਉਹ ਸਾਡੀ ਮਦਦ ਕਰ ਦੇਵੇ। ਇਹ ਸੋਚ ਕੇ ਉਹ ਰਾਜ ਦਰਬਾਰ ਪਹੁੰਚੀ ਤੇ ਰਾਜੇ ਕੋਲ ਅਰਦਾਸ ਕੀਤੀ, ਮਹਾਰਾਜ ਅਸੀਂ ਭੁੱਖੇ ਮਰ ਰਹੇ ਹਾਂ, ਸਾਡੀ ਮਦਦ ਕਰੋ। ਰਾਜੇ ਨੇ ਕੌੜੇ ਸਵਰ ਵਿੱਚ ਕਿਹਾ, ਕਿਹੜੀ ਮਦਦ? ਤੁਹਾਡੇ ਪਤੀ ਨੂੰ ਮੈਂ ਕਈ ਵਾਰ ਮੇਰਾ ਸਲਾਹਕਾਰ ਬਣਨ ਦੀ ਬੇਨਤੀ ਕੀਤੀ ਸੀ, ਪਰ ਪੰਡਤ ਜੀ ਹਮੇਸ਼ਾ ਇਹ ਕਹਿ ਕੇ ਇਨਕਾਰ ਕਰ ਦਿੰਦੇ ਸੀ ਕਿ ਤੁਹਾਡੀ ਸੇਵਾ ਵਿੱਚ ਆਉਣ 'ਤੇ ਮੈਨੂੰ ਤੁਹਾਡੀ ਚਾਪਲੂਸੀ ਕਰਨੀ ਪਵੇਗੀ, ਜੋ ਮੈਂ ਨਹੀਂ ਕਰ ਸਕਦਾ। ਰਾਜੇ ਨੇ ਕਿਹਾ, ਤੁਹਾਡਾ ਪੁੱਤਰ ਹੁਣ ਕਮਾਉਣ ਦੇ ਯੋਗ ਹੈ, ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ। ਨਿਰਾਸ਼ ਹੋ ਕੇ ਮਾਂ ਘਰ ਮੁੜ ਆਈ। ਘਰ ਪਹੁੰਚ ਕੇ ਅਰਪਨ ਨੇ ਮਾਂ ਨੂੰ ਆਪਣੇ ਪਿਤਾ ਜੀ ਦੀ ਦਿੱਤੀ ਹੋਈ ਪੋਥੀ ਵਿਖਾਉਂਦਿਆਂ ਪੁੱਛਿਆ, ਮਾਂ ਪਿਤਾ ਜੀ ਨੇ ਇਹ ਪੋਥੀ ਮੈਨੂੰ ਕਿਉਂ ਦਿੱਤੀ ਹੈ? ਮਾਂ ਨੇ ਕਿਹਾ, ਬੇਟਾ ਇਹ ਤੇਰੇ ਪਿਤਾ ਦੇ ਗਿਆਨ ਦੀ ਆਖਰੀ ਨਿਸ਼ਾਨੀ ਹੈ। ਅਰਪਨ ਨੇ ਉਸ ਪੋਥੀ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਉਸ ਲਈ ਇਹ ਕਾਲੇ ਅੱਖਰਾਂ ਤੋਂ ਇਲਾਵਾ ਕੁਝ ਨਹੀਂ ਸੀ। ਕੁਝ ਸੋਚ ਕੇ ਉਹ ਆਪਣੇ ਪੜੋਸੀ ਕੋਲ ਗਿਆ ਤੇ ਕਿਹਾ, ਤੁਸੀਂ ਤਾਂ ਪੜ੍ਹੇ ਲਿਖੇ ਹੋ, ਕੀ ਤੁਸੀਂ ਮੈਨੂੰ ਉਸ ਪੋਥੀ ਦਾ ਮਤਲਬ ਦੱਸ ਸਕਦੇ ਹੋ? ਪੜੋਸੀ ਨੇ ਪੋਥੀ ਖੋਲ੍ਹ ਕੇ ਦੇਖਿਆ ਤੇ ਕਿਹਾ, ਇਸ ਵਿੱਚ ਤਾਂ ਬਹੁਤ ਮੁਸ਼ਕਲ ਸ਼ਲੋਕ ਲਿਖੇ ਹੋਏ ਨੇ, ਇਹਨਾਂ ਦਾ ਅਰਥ ਤਾਂ ਕੋਈ ਵਿਦਵਾਨ ਪੰਡਤ ਹੀ ਦੱਸ ਸਕਦਾ ਹੈ। ਅਰਪਨ ਨਿਰਾਸ਼ ਹੋ ਕੇ ਵਾਪਸ ਲੌਟ ਆਇਆ। ਫਿਰ ਉਸਨੇ ਕਈ ਥਾਵਾਂ 'ਤੇ ਕੰਮ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਆਪਣੀ ਮਾੜੀ ਛਵੀ ਦੇ ਕਾਰਨ ਸਭ ਨੇ ਉਸ ਨੂੰ ਕੰਮ 'ਤੇ ਰੱਖਣ ਤੋਂ ਇਨਕਾਰ ਕਰ ਦਿੱਤਾ। ਜਿੱਥੇ ਵੀ ਉਹ ਜਾਂਦਾ, ਲੋਕ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ। ਇਸ ਦੌਰਾਨ ਉਸ ਦੀ ਮਾਂ ਭੁੱਖ ਤੇ ਬਿਮਾਰੀ ਦੇ ਕਾਰਨ ਕਮਜ਼ੋਰ ਹੁੰਦੀ ਗਈ। ਆਪਣੀ ਮਾਂ ਦੀ ਲਾਚਾਰੀ ਤੇ ਉਸ ਦੀ ਭੁੱਖ ਨੂੰ ਦੇਖ ਕੇ ਅਰਪਨ ਨੇ ਭੋਜਨ ਦਾ ਪ੍ਰਬੰਧ ਕਰਨ ਦਾ ਮਨ ਬਣਾਇਆ ਤੇ ਘਰੋਂ ਨਿਕਲ ਪਿਆ। ਚਲਦੇ ਚਲਦੇ ਉਸ ਦੀ ਨਜ਼ਰ ਇੱਕ ਬਾਗ 'ਤੇ ਪਈ, ਜਿਸ ਵਿੱਚ ਭਾਂਤ-ਭਾਂਤ ਦੇ ਫਲਾਂ ਦੇ ਦਰਖਤ ਲੱਗੇ ਹੋਏ ਸੀ। ਉਸ ਤੋਂ ਰਿਹਾ ਨਾ ਗਿਆ ਤੇ ਉਹ ਬਾਗ ਦੇ ਅੰਦਰ ਚਲਿਆ ਗਿਆ। ਅਰਪਨ ਨੇ ਜਲਦੀ ਕੁਝ ਫਲ ਤੋੜੇ, ਪਰ ਮਾੜੀ ਕਿਸਮਤ ਨੂੰ ਉਸੇ ਵੇਲੇ ਬਾਗ ਦਾ ਪਹਿਰੇਦਾਰ ਉੱਥੇ ਆ ਗਿਆ ਤੇ ਸੰਯੋਗ ਦੇ ਨਾਲ ਉਹ ਬਾਗ ਵੀ ਰਾਜੇ ਦਾ ਹੀ ਸੀ। ਇੱਕ ਵਾਰ ਫਿਰ ਅਰਪਨ ਨੂੰ ਫੜ ਕੇ ਰਾਜੇ ਦੇ ਸਾਹਮਣੇ ਪੇਸ਼ ਕਰ ਦਿੱਤਾ ਗਿਆ। ਪਹਿਰੇਦਾਰ ਨੇ ਕਿਹਾ, ਮਹਾਰਾਜ ਇਹ ਤੁਹਾਡੇ ਬਾਗ ਤੋਂ ਫਲ ਚੋਰੀ ਕਰ ਰਿਹਾ ਸੀ। ਰਾਜੇ ਨੇ ਗੁੱਸੇ ਨਾਲ ਕਿਹਾ ਕਿ ਤੇਰੀਆਂ ਅੱਖਾਂ ਹਾਲੇ ਤੱਕ ਨਹੀਂ ਖੁੱਲੀਆਂ, ਤੂੰ ਫਿਰ ਚੋਰੀ ਕੀਤੀ। ਅਰਪਨ ਗਿੜਗੜਾ ਕੇ ਬੋਲਿਆ, ਮਹਾਰਾਜ ਮੈਂ ਤੇ ਮੇਰੀ ਮਾਂ ਕਈ ਦਿਨਾਂ ਤੋਂ ਭੁੱਖੇ ਹਾਂ। ਰਾਜੇ ਨੇ ਕੜਕ ਆਵਾਜ਼ ਵਿੱਚ ਕਿਹਾ, ਹੁਣ ਇੱਥੇ ਹੀ ਚੁੱਪ ਹੋ ਜਾ। ਜੇ ਤੂੰ ਪੰਡਤ ਦਾ ਪੁੱਤਰ ਨਾ ਹੁੰਦਾ ਤਾਂ ਮੈਂ ਤੈਨੂੰ ਫਾਹੇ ਚੜ੍ਹਾ ਦਿੰਦਾ। ਹੁਣ ਤੇਰੀ ਇਹੀ ਸਜ਼ਾ ਹੈ ਕਿ ਤੁਰੰਤ ਮੇਰਾ ਰਾਜ ਛੱਡ ਦੇ। ਰਾਜੇ ਤੋਂ ਰਾਜ ਛੱਡਣ ਦੀ ਸਜ਼ਾ ਪਾ ਕੇ ਜਦੋਂ ਅਰਪਨ ਘਰ ਵਾਪਸ ਆਇਆ ਤਾਂ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਸੀ, ਕਿਉਂਕਿ ਕਈ ਦਿਨਾਂ ਤੋਂ ਉਸਨੇ ਕੁਝ ਖਾਧਾ ਨਹੀਂ ਸੀ ਤੇ ਉਸ ਨੂੰ ਹਮੇਸ਼ਾ ਚਿੰਤਾ ਸਤਾਉਂਦੀ ਰਹਿੰਦੀ ਸੀ ਕਿ ਮੇਰੇ ਬਾਅਦ ਮੇਰੇ ਪੁੱਤਰ ਦਾ ਕੀ ਹੋਵੇਗਾ।
ਸੋ ਦੁਖੀ ਮਨ ਦੇ ਨਾਲ ਉਸਨੇ ਆਪਣੀ ਮਾਂ ਦਾ ਅੰਤਿਮ ਸੰਸਕਾਰ ਕੀਤਾ ਤੇ ਰਾਜ ਛੱਡਣ ਦਾ ਫੈਸਲਾ ਕਰ ਲਿਆ। ਅਰਪਨ ਨੇ ਆਪਣੇ ਪਿਤਾ ਦੀ ਦਿੱਤੀ ਹੋਈ ਪੋਥੀ ਨੂੰ ਸੰਭਾਲ ਕੇ ਇੱਕ ਥੈਲੇ ਵਿੱਚ ਪਾਇਆ ਤੇ ਰਾਜ ਛੱਡ ਕੇ ਤੁਰ ਪਿਆ। ਦੋਸਤੋ, ਜ਼ਿੰਦਗੀ ਦੇ ਅਹਿਸਾਸ ਬਦਲ ਜਾਂਦੇ ਨੇ ਜਦੋਂ ਕੋਈ ਹੱਥ ਤੇ ਸਾਥ ਦੋਵੇਂ ਛੱਡ ਦਿੰਦਾ ਹੈ, ਪਰ ਕੁਦਰਤ ਕੋਈ ਨਾ ਕੋਈ ਉਂਗਲ ਫੜਨ ਵਾਲਾ ਭੇਜ ਹੀ ਦਿੰਦੀ ਹੈ। ਅਰਪਨ ਚੱਲਦੇ ਚੱਲਦੇ ਇੱਕ ਸੰਘਣੇ ਜੰਗਲ ਵਿੱਚ ਪਹੁੰਚ ਗਿਆ ਤੇ ਸੋਚਿਆ ਕਿ ਇੱਥੇ ਹੀ ਫੁੱਲ ਫਲ ਖਾ ਕੇ ਗੁਜ਼ਾਰਾ ਕਰਾਂਗਾ। ਉਹ ਇੱਕ ਰੁੱਖ ਦੇ ਹੇਠਾਂ ਬੈਠ ਗਿਆ ਤੇ ਆਪਣੇ ਪਿਤਾ ਦੀ ਪੋਥੀ ਨੂੰ ਖੋਲ੍ਹ ਕੇ ਫਿਰ ਤੋਂ ਪੜ੍ਹਨ ਦੀ ਕੋਸ਼ਿਸ਼ ਕਰਨ ਲੱਗ ਪਿਆ। ਉਸਨੇ ਸੋਚਿਆ ਕਿ ਸ਼ਾਇਦ ਇਸ ਵਿੱਚ ਲਿਖੇ ਗਿਆਨ ਨਾਲ ਮੇਰੇ ਦੁੱਖਾਂ ਦਾ ਅੰਤ ਹੋ ਜਾਵੇ। ਬੇਚੈਨੀ ਵਿੱਚ ਉਹ ਪੋਥੀ ਦੇ ਪੰਨੇ ਪਲਟ ਰਿਹਾ ਸੀ, ਪਰ ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਸਨੇ ਸੋਚਿਆ, ਕਾਸ਼ ਮੈਂ ਪੜ੍ਹ ਸਕਦਾ। ਪਿਤਾ ਜੀ ਨੇ ਜੋ ਅੰਤਮ ਸਮੇਂ ਕਿਹਾ ਸੀ ਕਿ ਇਹ ਗ੍ਰੰਥ ਅਮੋਲਕ ਹੈ। ਅਚਾਨਕ ਫਿਰ ਇੱਕ ਤੇਜ਼ ਹਵਾ ਦਾ ਬੁੱਲਾ ਆਇਆ ਤੇ ਉਸ ਪੋਥੀ ਵਿੱਚੋਂ ਕੁਝ ਪੰਨੇ ਉੱਡ ਗਏ। ਅਰਪਨ ਨੇ ਉਹਨਾਂ ਪੰਨਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਿਹਾ। ਉਹ ਸੋਚਣ ਲੱਗਾ ਕਿ ਪਤਾ ਨਹੀਂ ਕਿੰਨੇ ਸਫ਼ੇ ਉੱਡ ਗਏ ਨੇ। ਉਸਨੇ ਪੋਥੀ ਨੂੰ ਮੁੜ ਬੰਦ ਕੀਤਾ ਤੇ ਆਰਾਮ ਕਰਨ ਲਈ ਰੁੱਖ ਦੇ ਹੇਠਾਂ ਸੌਂ ਗਿਆ। ਉਸੇ ਜੰਗਲ ਵਿੱਚ ਇੱਕ ਰਾਜਕੁਮਾਰ ਸ਼ਿਕਾਰ ਖੇਡਣ ਲਈ ਆਇਆ ਹੋਇਆ ਸੀ। ਹਵਾ ਵਿੱਚ ਉੱਡਦਾ ਉੱਡਦਾ ਪੋਥੀ ਦਾ ਇੱਕ ਪੰਨਾ ਉਹਦੇ ਹੱਥ ਲੱਗ ਗਿਆ। ਉਸਨੇ ਉਸ ਨੂੰ ਵੇਖਿਆ ਤੇ ਪੜ੍ਹਨ ਲੱਗ ਪਿਆ। ਕਿਸੇ ਨੇ ਸੁੰਦਰ ਲਿਖਾਈ ਵਿੱਚ ਸੰਸਕ੍ਰਿਤ ਦਾ ਕੋਈ ਸ਼ਲੋਕ ਲਿਖਿਆ ਹੋਇਆ ਸੀ, ਪਰ ਮੈਂ ਸੰਸਕ੍ਰਿਤ ਨਹੀਂ ਜਾਣਦਾ। ਕੁਝ ਸੋਚ ਕੇ ਰਾਜਕੁਮਾਰ ਨੇ ਉਹ ਪੰਨਾ ਆਪਣੀ ਜੇਬ ਵਿੱਚ ਰੱਖ ਲਿਆ ਤੇ ਸ਼ਿਕਾਰ ਦੀ ਤਲਾਸ਼ ਵਿੱਚ ਅੱਗੇ ਵਧ ਗਿਆ। ਤਦ ਹੀ ਉਸ ਦੀ ਨਜ਼ਰ ਇੱਕ ਹਿਰਨ ਤੇ ਪਈ ਤੇ ਉਹ ਉਸ ਦਾ ਪਿੱਛਾ ਕਰਨ ਲੱਗ ਪਿਆ। ਹਿਰਨ ਆਪਣੀ ਜਾਨ ਬਚਾਉਣ ਲਈ ਇੱਕ ਪ੍ਰਾਚੀਨ ਮੰਦਰ ਵੱਲ ਦੌੜਿਆ ਤੇ ਰਾਜਕੁਮਾਰ ਉਸ ਪ੍ਰਾਚੀਨ ਮੰਦਰ ਵਿੱਚ ਦਾਖਲ ਹੋ ਗਿਆ। ਜੰਗਲ ਦੇ ਵਿਚਕਾਰ ਇਹ ਇੱਕ ਪ੍ਰਾਚੀਨ ਮੰਦਰ ਸੀ ਜਿੱਥੇ ਕੁਝ ਬਨਵਾਸੀ ਪੂਜਾ ਕਰ ਰਹੇ ਸੀ। ਉਹਨਾਂ ਦਾ ਪੁਜਾਰੀ ਕਹਿ ਰਿਹਾ ਸੀ ਕਿ ਦੇਵੀ ਨੂੰ ਪ੍ਰਸੰਨ ਕਰਨ ਲਈ ਸਾਨੂੰ ਇੱਕ ਨੌਜਵਾਨ ਲੜਕੇ ਦੀ ਬਲੀ ਦੇਣੀ ਪਵੇਗੀ। ਤਦ ਹੀ ਰਾਜਕੁਮਾਰ ਨੇ ਮੰਦਰ ਵਿੱਚ ਪ੍ਰਵੇਸ਼ ਕੀਤਾ। ਵਨਵਾਸੀਆਂ ਨੇ ਉਸ ਨੂੰ ਦੇਖਿਆ ਤੇ ਕਿਹਾ, ਪੁਜਾਰੀ ਜੀ, ਸੰਯੋਗ ਦੀ ਗੱਲ ਹੈ, ਨੌਜਵਾਨ ਵੀ ਆ ਗਿਆ, ਕਿਉਂ ਨਾ ਇਸ ਦੀ ਬਲੀ ਦੇ ਦਈਏ। ਇਹ ਸੁਣ ਕੇ ਰਾਜਕੁਮਾਰ ਸੋਚਾਂ ਵਿੱਚ ਪੈ ਗਿਆ ਕਿ ਜੇ ਮੈਂ ਇਹਨਾਂ ਨੂੰ ਆਪਣੀ ਅਸਲੀ ਪਹਿਚਾਣ ਦੱਸ ਦਿੱਤੀ ਤਾਂ ਇਹ ਮੈਨੂੰ ਜ਼ਰੂਰ ਬਲੀ ਚੜ੍ਹਾ ਦੇਣਗੇ, ਕਿਉਂਕਿ ਇਹ ਸ਼ਤਰੂ ਦਾ ਰਾਜ ਹੈ। ਵਨਵਾਸੀਆਂ ਨੇ ਰਾਜਕੁਮਾਰ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ। ਤਦ ਰਾਜਕੁਮਾਰ ਬੋਲਿਆ, ਪੁਜਾਰੀ ਜੀ, ਮੈਂ ਇੱਕ ਨੀਚ ਕੁਲ ਦੀ ਸੰਤਾਨ ਹਾਂ। ਮੇਰੀ ਬਲੀ ਦੇਣ ਨਾਲ ਦੇਵੀ ਅਪਵਿੱਤਰ ਹੋ ਜਾਵੇਗੀ। ਪੁਜਾਰੀ ਨੇ ਹੱਸਦੇ ਹੋਏ ਸਖਤ ਸਵਰ ਵਿੱਚ ਕਿਹਾ ਕਿ ਦੇਵੀ ਨੂੰ ਬਲੀ ਚਾਹੀਦੀ ਹੈ, ਉਹਨਾਂ ਨੂੰ ਊਚ ਨੀਚ ਨਾਲ ਕੋਈ ਮਤਲਬ ਨਹੀਂ ਹੈ। ਰਾਜਕੁਮਾਰ ਆਪਣੇ ਜੀਵਨ ਤੋਂ ਨਿਰਾਸ਼ ਹੋ ਗਿਆ ਤੇ ਸੋਚਾਂ ਵਿੱਚ ਪੈ ਗਿਆ ਕਿ ਝੂਠ ਬੋਲ ਕੇ ਵੀ ਮੈਂ ਆਪਣੇ ਪ੍ਰਾਣ ਨਹੀਂ ਬਚਾ ਪਾਇਆ। ਜਦੋਂ ਹੀ ਉਸ ਨੂੰ ਬਲੀ ਲਈ ਲਿਆਂਦਾ ਗਿਆ ਤਾਂ ਉਸਨੇ ਕਿਹਾ ਕਿ ਬਲੀ ਤੇ ਚੜਾਉਣ ਤੋਂ ਪਹਿਲਾਂ ਮੇਰੀ ਇੱਕ ਆਖਰੀ ਇੱਛਾ ਪੂਰੀ ਕਰੋ। ਮੇਰੀ ਜੇਬ ਵਿੱਚ ਇੱਕ ਭੋਜ ਪੱਤਰ ਹੈ, ਕੀ ਕੋਈ ਇਸ ਨੂੰ ਪੜ੍ਹ ਕੇ ਇਸ ਦਾ ਅਰਥ ਦੱਸ ਸਕਦਾ ਹੈ? ਇਹ ਮੇਰੀ ਆਖਰੀ ਇੱਛਾ ਹੈ। ਪੁਜਾਰੀ ਨੇ ਕਿਹਾ, ਜ਼ਰੂਰ ਲਿਆਓ, ਮੈਂ ਤੁਹਾਨੂੰ ਉਸ ਦਾ ਅਰਥ ਦੱਸਦਾ। ਪੁਜਾਰੀ ਨੇ ਉਸ ਗ੍ਰੰਥ ਦੇ ਸਫ਼ੇ ਨੂੰ ਆਪਣੇ ਹੱਥ ਵਿੱਚ ਲਿਆ ਤੇ ਕਹਿਣ ਲੱਗਾ, ਇਸ ਭੋਜ ਪੱਤਰ ਤੇ 2 ਸ਼ਲੋਕ ਲਿਖੇ ਨੇ। ਪਹਿਲੇ ਦਾ ਅਰਥ ਹੈ ਕਿ ਇੱਕ ਝੂਠ ਕਈ ਝੂਠਾਂ ਨੂੰ ਜਨਮ ਦਿੰਦਾ ਹੈ ਤੇ ਝੂਠਾ ਵਿਅਕਤੀ ਆਖਰ ਮੁਸੀਬਤ ਵਿੱਚ ਫਸ ਜਾਂਦਾ ਹੈ। ਤੇ ਦੂਜੇ ਸ਼ਲੋਕ ਦਾ ਅਰਥ ਹੈ ਕਿ ਕਿਸੇ ਦੇ ਪ੍ਰਾਣ ਲੈਣਾ ਆਸਾਨ ਹੈ, ਪਰ ਕਿਸੇ ਨੂੰ ਜੀਵਨ ਦੇਣਾ ਬਹੁਤ ਮੁਸ਼ਕਲ ਹੈ। ਰਾਜਕੁਮਾਰ ਇਹ ਸੁਣ ਕੇ ਫੁੱਟ-ਫੁੱਟ ਕੇ ਰੋਣ ਲੱਗ ਪਿਆ। ਪੁਜਾਰੀ ਨੇ ਉਸ ਨੂੰ ਪੁੱਛਿਆ ਕਿ ਤੂੰ ਰੋ ਕਿਉਂ ਰਿਹਾ ਹੈ? ਰਾਜਕੁਮਾਰ ਨੇ ਰੋਂਦੇ ਹੋਏ ਕਿਹਾ, ਇਹ ਦੋਵੇਂ ਸ਼ਲੋਕ ਮੇਰੇ ਤੇ ਹੀ ਲਾਗੂ ਹੁੰਦੇ ਨੇ। ਦੋਸਤੋ, ਰਾਜਕੁਮਾਰ ਦੇ ਨਾਲ-ਨਾਲ ਹੀ ਉਹਨਾਂ ਸ਼ਲੋਕਾਂ ਦਾ ਬਨਵਾਸੀਆਂ ਉੱਪਰ ਵੀ ਗਹਿਰਾ ਅਸਰ ਹੋਇਆ। ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹਨਾਂ ਵਿੱਚੋਂ ਇੱਕ ਅੱਗੇ ਵਧ ਕੇ ਬੋਲਿਆ ਕਿ ਪੁਜਾਰੀ ਜੀ, ਇਹ ਨੌਜਵਾਨ ਸੱਚ ਕਹਿ ਰਿਹਾ ਹੈ, ਸਾਨੂੰ ਇਸ ਨੂੰ ਜਬਰਨ ਬਲੀ ਚੜਾਉਣ ਦਾ ਕੋਈ ਅਧਿਕਾਰ ਨਹੀਂ ਹੈ। ਤਦ ਬਨਵਾਸੀਆਂ ਨੇ ਯੁਵਰਾਜ ਨੂੰ ਮੁਕਤ ਕਰ ਦਿੱਤਾ। ਪੁਜਾਰੀ ਨੇ ਨੌਜਵਾਨ ਨੂੰ ਕਿਹਾ, ਇਹਨਾਂ ਸ਼ਲੋਕਾਂ ਨੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ। ਅਸੀਂ ਅੱਜ ਤੋਂ ਬਾਅਦ ਦੇਵੀ ਨੂੰ ਕਿਸੇ ਜੀਵ ਦੀ ਬਲੀ ਨਹੀਂ ਚੜਾਵਾਂਗੇ। ਰਾਜਕੁਮਾਰ ਉਹਨਾਂ ਦਾ ਧੰਨਵਾਦ ਕਰਕੇ ਮਹਿਲ ਵੱਲ ਚਲਿਆ ਗਿਆ। ਵਾਪਸ ਆਉਂਦੇ ਸਮੇਂ ਉਹ ਸੋਚਾਂ ਵਿੱਚ ਡੁੱਬ ਗਿਆ ਤੇ ਸੋਚ ਰਿਹਾ ਸੀ ਕਿ ਇਹ ਭੋਜ ਪੱਤਰ ਕਿੰਨਾ ਅਮੋਲਕ ਹੈ। ਇਸ ਨੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ। ਹੋ ਸਕਦਾ ਹੈ ਕਿ ਇਸੇ ਤਰ੍ਹਾਂ ਦੇ ਹੋਰ ਸੋਹਣੇ ਉਪਦੇਸ਼ਾਂ ਵਾਲੇ ਸਫ਼ੇ ਵੀ ਹੋਣ। ਮਹਿਲ ਵਾਪਸ ਪਹੁੰਚ ਕੇ ਰਾਜਕੁਮਾਰ ਨੇ ਆਪਣੇ ਪਿਤਾ ਦੇ ਚਰਨਾਂ ਵਿੱਚ ਪ੍ਰਣਾਮ ਕੀਤਾ ਤੇ ਕਿਹਾ, ਪਿਤਾ ਜੀ, ਤੁਸੀਂ ਮੈਨੂੰ ਸ਼ਿਕਾਰ ਕਰਕੇ ਜੀਵਾਂ ਦੀ ਹੱਤਿਆ ਕਰਨ ਤੋਂ ਮਨ੍ਹਾ ਕੀਤਾ ਸੀ। ਮੈਂ ਤੁਹਾਨੂੰ ਝੂਠ ਬੋਲ ਕੇ ਸ਼ਿਕਾਰ ਕਰਨ ਗਿਆ ਸੀ ਤੇ ਮੁਸੀਬਤ ਵਿੱਚ ਫਸ ਗਿਆ, ਪਰ ਇਹਨਾਂ ਸ਼ਲੋਕਾਂ ਨੇ ਮੇਰੇ ਪ੍ਰਾਣ ਬਚਾ ਲਏ। ਰਾਜਕੁਮਾਰ ਨੇ ਆਪਣੇ ਪਿਤਾ ਰਾਜੇ ਨੂੰ ਆਪਣੀ ਸਾਰੀ ਕਹਾਣੀ ਸੁਣਾ ਦਿੱਤੀ। ਉਸਨੇ ਕਿਹਾ, ਇਹ ਸ਼ਲੋਕ ਜੋ ਦੂਜਿਆਂ ਨੂੰ ਅਹਿੰਸਾ ਦੀ ਸਿੱਖਿਆ ਦਿੰਦੇ ਨੇ, ਜਿਨ੍ਹਾਂ ਨੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ, ਮੇਰੇ ਲਈ ਇਹ ਹਜ਼ਾਰਾਂ ਮੋਹਰਾਂ ਦੇ ਬਰਾਬਰ ਨੇ। ਪਿਤਾ ਜੀ, ਇਸ ਭੋਜ ਪੱਤਰ ਤੇ 3 ਸਫ਼ਿਆਂ ਦੀ ਗਿਣਤੀ ਦਰਜ ਹੈ।
ਇਹ ਕਿਸੇ ਅਮੋਲਕ ਪੋਥੀ ਦਾ ਹਿੱਸਾ ਹੈ। ਰਾਜੇ ਨੇ ਇਹ ਸੁਣ ਕੇ ਕੁਝ ਸਿਪਾਹੀਆਂ ਨੂੰ ਬੁਲਾਇਆ ਤੇ ਉਹਨਾਂ ਨੂੰ ਭੋਜ ਪੱਤਰ ਵਿਖਾਉਂਦਿਆਂ ਹੁਕਮ ਦਿੱਤਾ ਕਿ ਜਿਹੜਾ ਵੀ ਇਸ ਤਰ੍ਹਾਂ ਦੇ ਸਲੋਕਾਂ ਨਾਲ ਸਜੇ ਹੋਏ ਭੋਜ ਪੱਤਰ ਲਿਆ ਕੇ ਦੇਵੇਗਾ ਉਸ ਨੂੰ ਉੱਚਾ ਪਦ ਤੇ ਇਨਾਮ ਵੀ ਮਿਲੇਗਾ। ਇੱਧਰ ਦੂਜੇ ਪਾਸੇ ਪੰਡਤ ਜੀ ਦਾ ਪੁੱਤਰ ਅਰਪਣ ਕਈ ਮਹੀਨਿਆਂ ਤੱਕ ਜੰਗਲ ਵਿੱਚ ਭਟਕਦਾ ਰਿਹਾ। ਭਟਕਦੇ ਭਟਕਦੇ ਉਹ ਉਸੇ ਰਾਜੇ ਦੇ ਰਾਜ ਵਿੱਚ ਪਹੁੰਚ ਗਿਆ ਜਿਸ ਦੇ ਪੁੱਤਰ ਨੂੰ ਉਹ ਪੰਨੇ ਮਿਲੇ ਸੀ। ਬਾਜ਼ਾਰ ਵਿੱਚ ਆ ਕੇ ਵੀ ਉਸਨੇ ਕਈ ਲੋਕਾਂ ਤੋਂ ਮਦਦ ਮੰਗੀ, ਪਰ ਹਰ ਕੋਈ ਉਸ ਨੂੰ ਧੱਕੇ ਦੇ ਕੇ ਕੱਢ ਦਿੰਦਾ ਸੀ, ਕਿਉਂਕਿ ਕਈ ਦਿਨਾਂ ਦੇ ਭਟਕਣ ਕਰਕੇ ਅਰਪਣ ਦਾ ਹਾਲ ਭਿਖਾਰੀਆਂ ਵਰਗਾ ਹੋ ਗਿਆ ਸੀ। ਇੱਕ ਦਿਨ ਭੁੱਖਾ ਪਿਆਸਾ ਅਰਪਣ ਰਾਜ ਮਹਿਲ ਦੇ ਕੋਲੋਂ ਦੀ ਗੁਜ਼ਰ ਰਿਹਾ ਸੀ ਤੇ ਉਸ ਨੂੰ ਭੁੱਖ ਵੀ ਬਹੁਤ ਜ਼ੋਰ ਦੀ ਲੱਗੀ ਹੋਈ ਸੀ। ਉਹ ਸੋਚ ਰਿਹਾ ਸੀ ਕਿ ਹੁਣ ਭੁੱਖ ਦੇ ਮਾਰੇ ਉਸ ਦੀ ਜਾਨ ਨਿਕਲ ਜਾਣੀ ਹੈ। ਅਚਾਨਕ ਮਹਿਲ ਦੀ ਰਸੋਈ ਵਿੱਚੋਂ ਉਸ ਨੂੰ ਖਾਣੇ ਦੀ ਮਹਿਕ ਆਈ। ਬੇਇਖਤਿਆਰ ਹੀ ਉਹ ਉਸ ਸੁਗੰਧ ਵੱਲ ਖਿੱਚਦਾ ਗਿਆ ਤੇ ਸਿੱਧਾ ਰਸੋਈ ਘਰ ਵਿੱਚ ਜਾ ਪਹੁੰਚਿਆ। ਉੱਥੇ ਜਾ ਕੇ ਉਸਨੇ ਰਸੋਈਏ ਨੂੰ ਕਿਹਾ, ਭਾਈ ਸਾਹਿਬ ਮੈਨੂੰ 2 ਰੋਟੀਆਂ ਦੇ ਦਿਓ, ਮੈਂ ਬਹੁਤ ਭੁੱਖਾ। ਰਸੋਈਏ ਨੇ ਉਸ ਨੂੰ ਧੱਕਾ ਮਾਰ ਕੇ ਬਾਹਰ ਜਾਣ ਲਈ ਕਿਹਾ, ਪਰ ਅਰਪਣ ਦੀ ਭੁੱਖ ਇੰਨੀ ਵੱਧ ਗਈ ਸੀ ਕਿ ਉਸ ਤੋਂ ਸਹਿਣ ਨਹੀਂ ਹੋ ਰਿਹਾ ਸੀ। ਉਸਨੇ ਮੌਕੇ ਦਾ ਫਾਇਦਾ ਚੁੱਕਦੇ ਹੋਏ ਰਸੋਈਏ ਤੋਂ ਨਜ਼ਰ ਬਚਾਈ ਤੇ 2-3 ਰੋਟੀਆਂ ਚੁੱਕ ਕੇ ਆਪਣੇ ਥੈਲੇ ਵਿੱਚ ਪਾ ਲਈਆਂ। ਬਦਕਿਸਮਤੀ ਨਾਲ ਰਸੋਈਏ ਦੀ ਨਜ਼ਰ ਉਸ 'ਤੇ ਪੈ ਗਈ। ਉਸਨੇ ਅਰਪਣ ਦਾ ਹੱਥ ਫੜ ਲਿਆ ਤੇ ਗੁੱਸੇ ਵਿੱਚ ਕਿਹਾ, ਓਏ ਰੋਟੀ ਚੋਰ, ਚੱਲ ਤੈਨੂੰ ਮਹਾਰਾਜ ਦੇ ਸਾਹਮਣੇ ਲੈ ਕੇ ਚੱਲਦਾ। ਅਰਪਣ ਭੁੱਖ ਦੇ ਕਾਰਨ ਚੱਲ ਵੀ ਨਹੀਂ ਸਕਦਾ ਸੀ ਤੇ ਰਸੋਈਆ ਉਸ ਨੂੰ ਖਿੱਚਦਾ ਹੋਇਆ ਰਾਜੇ ਦੇ ਕੋਲ ਲੈ ਗਿਆ ਤੇ ਬੋਲਿਆ, ਮਹਾਰਾਜ ਇਹ ਭਿਖਾਰੀ ਲੜਕਾ ਰਾਜ ਮਹਿਲ ਦੀ ਰਸੋਈ ਵਿੱਚ ਘੁਸ ਆਇਆ ਤੇ ਇੱਥੋਂ ਰੋਟੀਆਂ ਚੋਰੀ ਕਰ ਰਿਹਾ ਸੀ ਜੋ ਕਿ ਇਸ ਦੇ ਥੈਲੇ ਵਿੱਚ ਨੇ। ਰਾਜੇ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਭਿਖਾਰੀ ਦੇ ਥੈਲੇ ਨੂੰ ਢੇਰੀ ਕਰੋ। ਇੱਕ ਸਿਪਾਹੀ ਅੱਗੇ ਵਧਿਆ ਤੇ ਅਰਪਣ ਦਾ ਥੈਲਾ ਖੋਲ੍ਹਿਆ ਤੇ ਉਸ ਨੂੰ ਉਲਟਾ ਕਰ ਦਿੱਤਾ। ਥੈਲੇ ਵਿੱਚੋਂ ਰੋਟੀਆਂ ਦੇ ਨਾਲ ਉਹ ਗ੍ਰੰਥ ਵੀ ਨਿਕਲ ਆਇਆ ਜੋ ਅਰਪਣ ਦੇ ਪਿਤਾ ਨੇ ਲਿਖਿਆ ਸੀ। ਉਸੇ ਸਮੇਂ ਰਾਜਕੁਮਾਰ ਨੇ ਉਸ ਗ੍ਰੰਥ ਨੂੰ ਵੇਖਿਆ ਤਾਂ ਉਸ ਦੀਆਂ ਅੱਖਾਂ ਚਮਕਾਈਆਂ। ਉਸਨੇ ਤੁਰੰਤ ਗ੍ਰੰਥ ਨੂੰ ਚੁੱਕ ਲਿਆ ਤੇ ਖੁਸ਼ੀ ਵਿੱਚ ਬੋਲਿਆ ਕਿ ਇਹ ਤਾਂ ਉਹੀ ਅਮੋਲਕ ਪੋਥੀ ਹੈ ਜਿਸ ਦੀ ਸਾਨੂੰ ਕਈ ਮਹੀਨਿਆਂ ਤੋਂ ਤਲਾਸ਼ ਸੀ। ਫਿਰ ਰਾਜਕੁਮਾਰ ਨੇ ਅਰਪਣ ਵੱਲ ਵੇਖਿਆ ਤੇ ਆਦਰ ਭਾਵ ਨਾਲ ਆਪਣੇ ਸਿਪਾਹੀ ਨੂੰ ਕਿਹਾ, ਇਸ ਨੂੰ ਸਨਮਾਨ ਨਾਲ ਬਿਠਾਓ। ਫਿਰ ਉਸ ਲੜਕੇ ਨੂੰ ਇੱਕ ਸਿੰਘਾਸਨ ਤੇ ਬਿਠਾਇਆ ਗਿਆ। ਰਾਜਕੁਮਾਰ ਨੇ ਪੁੱਛਿਆ, ਤੇਰਾ ਨਾਮ ਕੀ ਹੈ? ਲੜਕੇ ਨੇ ਕਿਹਾ, ਮੇਰਾ ਨਾਮ ਅਰਪਣ ਹੈ। ਰਾਜਕੁਮਾਰ ਨੇ ਕਿਹਾ, ਇੰਨੀ ਅਮੋਲਕ ਸੰਪਤੀ ਹੋਣ ਦੇ ਬਾਵਜੂਦ ਵੀ ਤੂੰ ਭੀਖ ਮੰਗ ਰਿਹਾ ਹੈ? ਮੈਂ ਇਸ ਪੋਥੀ ਲਈ ਤੈਨੂੰ 50,000 ਸੋਨੇ ਦੀਆਂ ਮੁਹਰਾਂ ਦੇਣ ਨੂੰ ਤਿਆਰ ਹਾਂ। ਅਰਪਣ ਇਹ ਸੁਣ ਕੇ ਇੱਕਦਮ ਹੈਰਾਨ ਹੋ ਗਿਆ ਤੇ ਬੋਲਿਆ, ਕੀ ਕਿਹਾ? 50,000 ਸੋਨੇ ਦੀਆਂ ਮੁਹਰਾਂ? ਤਾਂ ਰਾਜਕੁਮਾਰ ਨੇ ਕਿਹਾ, ਮਿੱਤਰ, ਇਸ ਪੋਥੀ ਦੇ ਕੁਝ ਵਚਨਾਂ ਨੇ ਹੀ ਮੈਨੂੰ ਮੌਤ ਦੇ ਖੱਡੇ ਵਿੱਚ ਡਿੱਗਣ ਤੋਂ ਬਚਾਇਆ ਹੈ ਤੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ ਹੈ। ਰਾਜਕੁਮਾਰ ਨੇ ਪੋਥੀ ਖੋਲ੍ਹੀ ਤੇ ਅਰਪਣ ਨੂੰ ਪਹਿਲੇ ਤੇ ਦੂਜੇ ਸਫ਼ੇ ਦੇ ਸ਼ਲੋਕ ਸੁਣਾਉਣ ਲੱਗਾ। ਉਸ ਵਿੱਚ ਲਿਖਿਆ ਸੀ ਕਿ ਅਗਿਆਨਤਾ ਸਾਰੇ ਕਸ਼ਟਾਂ ਦੀ ਜਨਨੀ ਹੈ ਤੇ ਸੰਕਟ ਵਿੱਚ ਹੀ ਆਪਣੇ ਤੇ ਪਰਾਏ ਦੀ ਪਹਿਚਾਣ ਹੁੰਦੀ ਹੈ। ਅਰਪਣ ਨੇ ਕਿਹਾ, ਸੱਚਮੁੱਚ ਅਗਿਆਨਤਾ ਨੇ ਹੀ ਮੈਨੂੰ ਦਰ-ਦਰ ਦਾ ਭਿਖਾਰੀ ਬਣਾ ਦਿੱਤਾ ਤੇ ਸੰਕਟ ਵਿੱਚ ਮੇਰਾ ਕੋਈ ਰਿਸ਼ਤੇਦਾਰ ਮੇਰੇ ਨਾਲ ਨਹੀਂ ਖੜਿਆ ਜੋ ਕਿ ਮੇਰੇ ਪਿਤਾ ਦੇ ਹੁੰਦਿਆਂ ਅੱਗੇ ਪਿੱਛੇ ਫਿਰਦੇ ਹੁੰਦੇ ਸੀ। ਜੇ ਮੈਂ ਬਚਪਨ ਵਿੱਚ ਹੀ ਵਿੱਦਿਆ ਪ੍ਰਾਪਤ ਕੀਤੀ ਹੁੰਦੀ ਤਾਂ ਅੱਜ ਮੈਂ ਵੀ ਆਪਣੇ ਪਿਤਾ ਦੀ ਤਰ੍ਹਾਂ ਇੱਕ ਵਿਦਵਾਨ ਹੁੰਦਾ। ਰਾਜਕੁਮਾਰ ਨੇ ਕਿਹਾ, ਆਪਣੀ ਪੋਥੀ ਦੀ ਇਹ ਭੇਟਾ ਸਵੀਕਾਰ ਕਰੋ। ਤੇ ਇਹ ਕਹਿੰਦੇ ਹੋਏ ਉਸਨੇ ਸੋਨੇ ਦੀਆਂ ਮੋਹਰਾਂ ਦੀ ਥੈਲੀ ਅਰਪਣ ਨੂੰ ਸੌਂਪ ਦਿੱਤੀ। ਅਰਪਣ ਭਾਵੁਕ ਹੋ ਗਿਆ ਤੇ ਸੋਚਣ ਲੱਗਾ ਕਿ ਕਾਸ਼ ਇਹ ਸਮਝ ਮੈਨੂੰ ਬਚਪਨ ਵਿੱਚ ਹੀ ਆ ਗਈ ਹੁੰਦੀ ਤਾਂ ਸ਼ਾਇਦ ਮੇਰੇ ਮਾਤਾ ਪਿਤਾ ਅੱਜ ਇੱਥੇ ਹੁੰਦੇ। ਇਸ ਤੋਂ ਬਾਅਦ ਅਰਪਣ ਨੇ ਉਹ ਧਨ ਸਵੀਕਾਰ ਕਰ ਲਿਆ ਤੇ ਉਸਨੇ ਉਸ ਧਨ ਦੇ ਨਾਲ ਆਪਣੇ ਲਈ ਘਰ ਬਣਾਇਆ ਤੇ ਗਰੀਬ ਬੱਚਿਆਂ ਲਈ ਇੱਕ ਪਾਠਸ਼ਾਲਾ ਬਣਾਈ ਤੇ ਖੁਦ ਵੀ ਵਿੱਦਿਆ ਪ੍ਰਾਪਤ ਕਰਨ ਲੱਗ ਪਿਆ ਤੇ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਨ ਲੱਗ ਪਿਆ। ਦੋਸਤੋ, ਕਿਸੇ ਨੇ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਹੌਸਲਾ ਨਾ ਹਾਰ ਡਿੱਗ ਕੇ ਇਹ ਮੁਸਾਫਿਰ, ਜੇਕਰ ਦਰਦ ਇੱਥੇ ਮਿਲਿਆ ਹੈ ਤਾਂ ਦਵਾਈ ਵੀ ਇੱਥੇ ਹੀ ਮਿਲੇਗੀ। ਦੋਸਤੋ, ਜ਼ਿੰਦਗੀ ਵਿੱਚ ਜੋ ਹੋਣਾ ਹੈ ਉਹ ਹੋ ਕੇ ਰਹੇਗਾ। ਇਹ ਕਹਾਣੀ ਸਿਖਾਉਂਦੀ ਹੈ ਕਿ ਜੇਕਰ ਤੁਹਾਡੀਆਂ ਬੁਰਾਈਆਂ ਤੁਹਾਡੇ ਉੱਤੇ ਹਾਵੀ ਹੋ ਗਈਆਂ ਤਾਂ ਤੁਹਾਡਾ ਅੰਤ ਨਿਸ਼ਚਿਤ ਹੈ। ਇਸ ਲਈ ਬੁਰਾਈਆਂ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ। ਇਸ ਕਹਾਣੀ ਤੋਂ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਹਰੇਕ ਫੈਸਲੇ ਦਾ ਅਸਰ ਸਿਰਫ ਸਾਡੇ ਉੱਤੇ ਹੀ ਨਹੀਂ ਪੈਂਦਾ, ਸਗੋਂ ਸਾਡੇ ਆਪਣਿਆਂ 'ਤੇ ਵੀ ਜ਼ੋਰ ਪਾਉਂਦਾ ਹੈ। ਸੱਚੀ ਦੌਲਤ ਜੋ ਸਾਨੂੰ ਜੀਵਨ ਵਿੱਚ ਕਦਰ ਤੇ ਸਹੀ ਰਸਤਾ ਦਿਖਾਉਂਦੀ ਹੈ, ਉਹ ਪੈਸਾ ਨਹੀਂ ਸਗੋਂ ਗਿਆਨ ਤੇ ਸੱਚੇ ਕਰਮ ਹੁੰਦੇ ਨੇ। ਇਸ ਕਹਾਣੀ ਦੇ ਮੁੱਖ ਪਾਤਰ ਦੀ ਜ਼ਿੰਦਗੀ ਵਿੱਚ ਭਟਕਣ, ਪਛਤਾਵੇ ਤੇ ਆਖਰ ਦੇ ਸੱਚ ਦੀ ਸਿੱਖਿਆ ਹੈ, ਜੋ ਇਹ ਦਰਸਾਉਂਦੀ ਹੈ ਕਿ ਜੇਕਰ ਅਸੀਂ ਸਹੀ ਸਮੇਂ ਤੇ ਸਹੀ ਸਿਧਾਂਤਾਂ ਨੂੰ ਅਪਣਾ ਲੈਂਦੇ ਹਾਂ
ਤਾਂ ਸਾਡੀ ਜ਼ਿੰਦਗੀ ਵਿੱਚ ਤਬਦੀਲੀ ਤੇ ਖੁਸ਼ਹਾਲੀ ਆ ਸਕਦੀ ਹੈ। ਇਸ ਤੋਂ ਵੱਡਾ ਸਬਕ ਕੁਝ ਵੀ ਨਹੀਂ ਕਿ ਅਸਲ ਜ਼ਿੰਦਗੀ ਦੀ ਮੂਲ ਕਦਰ ਕੀਮਤੀ ਰਿਸ਼ਤਿਆਂ ਤੇ ਗਿਆਨ ਵਿੱਚ ਹੈ, ਨਾ ਕਿ ਅਸਥਾਈ ਧਨ ਦੌਲਤ ਵਿੱਚ। ਸੋ ਇਸ ਕਹਾਣੀ ਨੂੰ ਸੁਣਨ ਲਈ ਧੰਨਵਾਦ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਸਿੱਖਿਆ ਦੇ ਨਾਲ। ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ। ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਖੁਸ਼ ਰਹੋ, ਆਪਣਾ ਖਿਆਲ ਰੱਖੋ। ਸ਼ੁਕਰੀਆ।